ਲੜੀਵਾਰ ਕਥਾ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਆਪ ਜੀ ਸਰਵਣ ਕਰ ਰਹੇ। 737 ਅੰਗ ਤੇ ਕਥਾ ਪਹੁੰਚੀ ਹੈ। ਪੰਜਵੇਂ ਪਾਤਸ਼ਾਹ ਦੇ ਅੰਮ੍ਰਿਤ ਬਚਨ ਨੇ, ਧਰਨ ਗਗਨ ਨਭ ਖੰਡ ਮੈਂ ਜੋਤ ਸਵਰੂਪੀ ਰਹੋ ਭਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ 'ਚ ਹਾਜ਼ਰੀ ਲਵਾਓ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ। ਸੋਹੇ ਮਹੱਲਾ ਪੰਜਵਾ। ਗ੍ਰਹਿ ਵਾਸ ਗੁਰ ਕੀਨਾ ਹਉ ਘਰ ਕੇ ਨਾਰ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਨੇ, ਮੇਰੇ ਗੁਰੂ ਨੇ ਮੇਰੇ ਤੇ ਬੜਾ ਤਰਸ ਕੀਤਾ ਕਿ ਮੇਰਾ ਜਿਹੜਾ ਸਰੀਰ ਰੂਪੀ ਘਰ ਹੈ ਇਹ ਮੇਰੇ ਵੱਸ 'ਚ ਕਰਾ ਦਿੱਤਾ, ਇਹ ਮੇਰੇ ਕਾਬੂ 'ਚ ਕਰਾ ਦਿੱਤਾ। ਮੈਂ ਆਪਣੇ ਇਸ ਘਰ ਵਾਲੀ ਯਾਨੀ ਕਿ ਇਸ ਸਰੀਰ ਰੂਪੀ ਘਰ ਦੀ ਮਾਲਕਣ ਬਣ ਗਈ ਹਾਂ। ਪਹਿਲਾਂ ਇਸ ਸਰੀਰ ਰੂਪੀ ਘਰ ਦਾ ਮੈਂ ਮਾਲਕ ਨਹੀਂ ਸਾਂ, ਇਹਦਾ ਗੁਲਾਮ ਸੀ। ਗੁਲਾਮ ਹੋਣਾ ਤੇ ਮਾਲਕ ਹੋਣ ਦੇ ਵਿੱਚ ਬੜਾ ਫਰਕ ਹੁੰਦਾ ਹੈ। ਗੁਲਾਮੀ ਕਿਸੇ ਦੇ ਅਧੀਨ ਹੋ ਕੇ ਕੀਤੀ ਜਾਂਦੀ ਹੈ, ਮਲਕੀਅਤ ਸਵੈ ਇੱਛਾ ਨਾਲ ਕੀਤੀ ਜਾਂਦੀ ਹੈ। ਕਹਿੰਦੇ ਪਹਿਲਾਂ ਗੁਲਾਮ ਸਾਂ, ਪਰ ਮੇਰੇ ਗੁਰੂ ਨੇ ਮੇਰਾ ਇਹ ਘਰ ਮੇਰੇ ਵੱਸ 'ਚ ਕਰਾ ਦਿੱਤਾ। ਹੁਣ ਮੈਂ ਇਹਦਾ ਮਾਲਕ ਹੋ ਗਿਆ, ਇਹਦਾ ਸੁਆਮੀ ਹੋ ਗਿਆ। ਅੱਗੇ ਸਪਸ਼ਟ ਹੋਵੇਗਾ ਕਿ ਇਸ ਸਰੀਰ ਰੂਪੀ ਘਰ ਦਾ ਮੈਂ ਮਾਲਕ ਕਿਵੇਂ ਬਣਿਆ। ਆਪਣੇ ਆਪ ਨੂੰ ਇਸਤਰੀ ਰੂਪ 'ਚ ਵਰਣਨ ਕੀਤਾ ਹੈ, ਘਰ ਕੀ ਨਾਰ, ਕਿ ਮੈਂ ਇਸ ਘਰ ਦੀ ਮਾਲਕਣ ਬਣ ਗਈ ਹਾਂ। ਹਾਂਜੀ, ਦਾਸ ਦਾਸੇ ਕਰ ਦੇਨੇ ਪਤਾਰ। ਕਹਿੰਦੇ ਘਰ ਦੀ ਜਿੱਥੇ ਮਾਲਕਣ ਬਣੀਆਂ ਉੱਥੇ 10-10 ਨੌਕਰ ਰਾਣੀਆਂ, ਨੌਕਰ ਅੱਗੇ ਪਿੱਛੇ ਦੌੜੇ ਫਿਰਦੇ। 10 ਨੌਕਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। 10 ਨੌਕਰ ਜਿਨ੍ਹਾਂ ਨੇ ਪਹਿਲਾਂ ਮੈਨੂੰ ਆਪਣਾ ਨੌਕਰ ਬਣਾਇਆ ਹੋਇਆ ਸੀ, ਹੁਣ ਉਹ ਮੇਰੇ ਨੌਕਰ ਨੇ। 10 ਨੌਕਰ ਕਿਹੜੇ ਨੇ? 5 ਗਿਆਨ ਇੰਦਰੀਆਂ ਤੇ 5 ਕਰਮ ਇੰਦਰੀਆਂ। ਹੁਣ ਮੇਰੇ ਨੌਕਰ ਹੋ ਗਏ ਨੇ। ਮਜਾਲ ਹੈ ਮੇਰੀ ਆਗਿਆ ਤੋਂ ਬਿਨਾਂ ਇਹ ਕੰਮ ਕਰਨ। ਨਹੀਂ ਤਾਂ ਪਹਿਲਾਂ ਅੱਖਾਂ ਆਪਣੇ ਵੱਲ ਖਿੱਚੀ ਫਿਰਦੀਆਂ ਸੀ, ਕੰਨ ਆਪਣੇ ਵੱਲ ਖਿੱਚੀ ਫਿਰਦੇ ਸੀ, ਨਾਸਕਾ ਰਸਨਾ ਹੱਥ ਪੈਰ ਇਹ ਆਪੋ ਆਪ ਉਦਰੀਆਂ ਕਰਦੇ ਸੀ। ਹੁਣ ਮੇਰੇ ਕਾਬੂ ਆ ਗਏ ਨੇ, ਮੇਰੇ ਗੁਰੂ ਨੇ ਮੇਰੇ ਤੇ ਤਰਸ ਕੀਤਾ। ਇਹ 5 ਗਿਆਨ ਇੰਦਰੀਆਂ ਵੀ ਕਾਬੂ ਆ ਗਈਆਂ ਤੇ 5 ਕਰਮ ਇੰਦਰੀਆਂ ਵੀ ਕਾਬੂ ਆ ਗਏ ਨੇ। ਹੁਣ ਇਹ ਨੌਕਰ ਹੋ ਗਏ ਨੇ ਮੇਰੇ। ਹੁਣ ਅੱਖਾਂ ਮੇਰੇ ਸਾਹਿਬ ਦਾ ਰੂਪ ਤੱਕਦੀਆਂ ਨੇ, ਸਰਵਣ ਮੇਰੇ ਸਾਹਿਬ ਦਾ ਜਸ ਸੁਣਦੇ ਨੇ, ਰਸਨਾ ਮੇਰੇ ਸਾਹਿਬ ਦਾ ਅੰਮ੍ਰਿਤ ਨਾਮ ਬੋਲਦੀ ਹੈ, ਨਾਸਕਾ ਸਤ ਸੰਗਤ ਦੀ ਸੁਗੰਧੀ ਲੈਂਦੀ ਹੈ, ਪੈਰ ਮੇਰੇ ਮਾਲਕ ਦੇ ਦਰ ਘਰ ਨੂੰ ਚੱਲ ਕੇ ਜਾਂਦੇ ਹੈ, ਹੱਥਾਂ ਨਾਲ ਗੁਰੂ ਕੀ ਟਹਿਲ ਕਮਾਈ ਦੀ ਹੈ। ਰਸਾਂ ਤੋਂ ਇਹ ਇੰਦਰੀਆਂ ਅਤੀਤ ਹੋ ਗਈਆਂ ਨੇ। ਹੁਣ ਇੰਦਰੀਆਂ ਰਸਾਂ ਅਤੀਤ ਨਹੀਂ ਰਹੀਆਂ, ਰਸਾਂ ਦੇ ਵਿੱਚ ਹੁਣ ਨਹੀਂ ਇਹ ਫਸ ਕੇ ਰਹਿੰਦੀਆਂ, ਇਹ ਹੁਣ ਰਸਾਂ ਤੋਂ ਨਿਰਾਲੀਆਂ ਹੋ ਗਈਆਂ ਨੇ। ਇਸ ਕਰਕੇ 5 ਗਿਆਨ ਇੰਦਰੀਆਂ ਤੇ 5 ਕਰਮ ਇੰਦਰੀਆਂ ਹੁਣ ਮੇਰੀਆਂ ਦਾਸੀਆਂ ਹੋ ਗਈਆਂ ਨੇ। 10 ਦਾਸੀ ਕਰ ਦੀਨੀ ਪਤਾਰ। ਮੇਰੇ ਪਤਾਰ ਮੇਰੇ ਪਤੀ ਨੇ ਇਹ 10 ਨੌਕਰ ਰਾਣੀਆਂ ਦਾਸੀਆਂ ਉਹ ਮੇਰੀਆਂ ਦਾਸੀਆਂ ਬਣਾ ਦਿੱਤੀਆਂ। ਹਾਂਜੀ, ਸਗਲ ਸਮਗਰੇ ਮੈਂ ਘਰ ਕੇ ਜੋੜੇ। ਹੁਣ ਜਦੋਂ ਆਪਣਾ ਘਰ ਬਣ ਜੇ ਤੇ ਫਿਰ ਆਪਣਾ ਸਮਾਨ ਨਹੀਂ ਜੋੜਦੀਆਂ ਮਾਈਆਂ ਬੀਬੀਆਂ ਵੀ, ਹੁਣ ਆ ਵੀ ਰੱਖ ਲਈਏ ਘਰ ਚ, ਆ ਵੀ ਰੱਖ ਲਈਏ। ਜਦੋਂ ਆਪਣਾ ਘਰ ਹੋਵੇ, ਕਹਿੰਦੇ ਹੁਣ ਮੇਰਾ ਜਦੋਂ ਆਪਣਾ ਘਰ ਹੋ ਗਿਆ ਤੇ ਮੈਂ ਫਿਰ ਆਪਣੇ ਘਰ ਦੇ ਵਿੱਚ ਸਮੱਗਰੀਆਂ ਇਕੱਠੀਆਂ ਕਰਕੇ ਜੋੜ ਕੇ ਰੱਖਣੀਆਂ ਸ਼ੁਰੂ ਕੀਤੀਆਂ। ਅਗਲੀਆਂ ਪੰਕਤੀਆਂ ਵਿੱਚ ਪਹਿਲੀਆਂ ਪੰਕਤੀਆਂ ਦਾ ਤਾਤਪਰਜ ਛੁਪਿਆ ਹੁੰਦਾ ਨਾਲ ਨਾਲ।
ਵੀ ਕਿਹੜਾ ਸਮਾਨ, ਯਾਨੀ ਕਿ ਸਾਧਨ ਸੰਪੰਨ ਹੋਣ ਲੱਗੀ। ਸਾਧਨ ਸੰਪੰਨ ਇਹ ਸਮਾਨ ਜਿਹੜਾ ਸੀ ਮੈਂ ਘਰ 'ਚ ਜੋੜਨਾ ਸ਼ੁਰੂ ਕਰ ਦਿੱਤਾ। ਹਾਂਜੀ, ਆਸ ਪਿਆਸੇ ਫਿਰ ਕੋ ਲੋੜੇ। ਜਦੋਂ ਆਪਣਾ ਘਰ ਬਣ ਗਿਆ ਨਾ, ਸਫਾਈ ਹੋ ਗਈ ਘਰ 'ਚ, ਤੇ ਫਿਰ ਮੈਂ ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਤੇ ਆਸ ਰੱਖੀ ਕਿ ਵਾਹਿਗੁਰੂ ਜੀ ਹੁਣ ਮੇਰਾ ਘਰ ਬਣ ਗਿਆ ਤੇ ਤੁਸੀਂ ਆ ਜਾਓ। ਪਹਿਲਾਂ ਤਾਂ ਆਪਣਾ ਘਰ ਵੀ ਨਹੀਂ ਸੀ। ਸਿੱਖ ਨੂੰ ਅੱਜ ਵੀ ਇਹ ਭਾਵਨਾ ਹੈ, ਜਦੋਂ ਮਕਾਨ ਬਣਾਉਂਦਾ ਨਾ ਸਿੱਖ, ਘਰ ਮਹਾਰਾਜ ਜੀ ਬਖਸ਼ਦੇ ਹੈ ਤੇ ਬਣਾ ਕੇ ਸਿੱਖ ਸਿੱਧਾ ਨਹੀਂ ਪਹਿਲਾਂ ਆਪ ਅੰਦਰ ਜਾਂਦਾ, ਉਹ ਕਹਿੰਦਾ ਮੇਰਾ ਗੁਰੂ ਆ ਕੇ ਚਰਨ ਪਾਵੇ, ਸਤਿਗੁਰਾਂ ਦੇ ਚਰਨ ਪੈਣ, ਸਤ ਸੰਗਤ ਦੇ ਚਰਨ ਪੈਣ। ਹੁੰਦੀ ਹੈ ਨਾ ਭਾਵਨਾ। ਕਹਿੰਦੇ ਹੁਣ ਮੇਰਾ ਘਰ ਬਣ ਗਿਆ ਜਦੋਂ, ਤੇ ਮੇਰੇ ਅੰਦਰ ਵੀ ਤਾਂਘ ਪੈਦਾ ਹੋਈ ਵੀ ਹੁਣ ਮੇਰਾ ਮਾਲਕ ਇਸ ਘਰ ਵਿੱਚ ਆਵੇ। ਉਹਦੇ ਦਰਸ਼ਨਾਂ ਦੀ ਪਿਆਸ ਮੇਰੇ ਹਿਰਦੇ ਵਿੱਚ ਲੱਗੀ। ਅਵਨ ਕਹਾ ਗੁਣ ਕੰਤ ਪਿਆਰੇ। ਏ ਮੇਰੇ ਪਿਆਰੇ ਰੱਬ ਜੀ, ਮੈਂ ਤੁਹਾਡੇ ਕਿਹੜੇ ਕਿਹੜੇ ਗੁਣ ਕਹਾਂ, ਕਿਹੜੇ ਕਿਹੜੇ ਗੁਣ ਨੂੰ ਕਥਨ ਕਰਾਂ। ਹਾਂਜੀ, ਸੁਗੜ ਸਰੂਪ ਦਇਆਲ ਮੁਰਾਰੇ। ਮਹਾਰਾਜ ਤੁਸੀਂ ਸੋਹਣੇ ਸਰੂਪ ਵਾਲੇ, ਸੁਘੜ ਸ੍ਰੇਸ਼ਟ ਘਾੜਤ ਕੱਢਣ ਵਾਲੇ, ਦਿਆਲੂ ਹੋ, ਮੁਰਾਦਕ ਦੈਂਤਾਂ ਦਾ ਨਾਸ਼ ਕਰਨ ਵਾਲੇ ਹੋ। ਮੈਂ ਕਿਹੜੇ ਕਿਹੜੇ ਗੁਣ ਕਹਾਂ ਤੁਹਾਡੇ। ਤੁਹਾਨੂੰ ਸੁਘੜ ਕਹਾਂ, ਸੋਹਣੇ ਰੂਪ ਵਾਲਾ ਕਹਾਂ, ਦਿਆਲੂ ਕਹਾਂ, ਮੁਰਾਰੀ ਕਹਾਂ, ਕੀ ਕਹਾਂ, ਕਿਹੜਾ ਕਿਹੜਾ ਗੁਣ ਕਹਾਂ। ਹਾਂਜੀ, ਰਹਾਉ ਸਤ ਸਿਗਾਰ ਭਉ ਅੰਜਨ ਪਾਇਆ। ਮਹਾਰਾਜ ਹੁਣ ਉੱਤੇ ਦੱਸ ਕੇ ਆਏ ਨੇ ਨਾ ਵੀ ਮੈਂ ਘਰ ਦੀਆਂ ਵਸਤੂਆਂ ਜੋੜਦੀਆਂ ਇਕੱਠੀਆਂ ਕੀਤੀਆਂ, ਕਿਹੜੀਆਂ ਕਿਹੜੀਆਂ ਹੁਣ ਦੱਸਦੇ ਆ। ਮੈਂ ਸੱਤ ਦਾ ਸ਼ਿੰਗਾਰ ਬਣਾਇਆ। ਸੱਤ ਸ਼ਿੰਗਾਰ, ਸੱਚਾ ਸ਼ਿੰਗਾਰ ਬਣਾਇਆ। ਝੂਠਾ ਸ਼ਿੰਗਾਰ ਵੀ ਹੁੰਦਾ, ਸਵੇਰੇ ਕਰੋ ਸ਼ਾਮ ਤਾਈਂ ਇੰਨਾ ਭਿਆਨਕ ਤੇ ਡਰਾਵਣਾ ਬਣਾ ਦਿੰਦਾ ਉਹ ਜਿਹੜਾ ਝੂਠਾ ਸ਼ਿੰਗਾਰ ਹੁੰਦਾ। ਸਵੇਰੇ ਭਾਵੇਂ 50,000 ਰੁਪਇਆ ਬਿਊਟੀ ਪਾਰਲਰ ਚ ਲਾਇਆ ਹੋਵੇ ਨਾ, ਲੱਖ ਲੱਖ ਰੁਪਈਆ ਵੀ ਮੈਂ ਸੁਣਿਆ, ਪਤਾ ਲੱਗਾ ਵੀ ਖਰਚ ਆਉਂਦਾ, ਤੇ ਸ਼ਾਮ ਤਾਈਂ ਉਹ ਕੋਝੇ ਰੂਪ ਦੇ ਵਿੱਚ ਤਬਦੀਲ ਹੋ ਜਾਂਦਾ। ਮਾੜੇ ਜਿਹੇ ਨੇਤਰਾਂ ਚੋਂ ਹੰਝੂ ਆਉਣ ਤੇ ਉਹੀ ਅੱਖਾਂ ਦਾ ਜਿਹੜਾ ਕੱਜਲ ਹੁੰਦਾ ਚਿਹਰੇ ਨੂੰ ਕਾਲਾ ਕਰਕੇ ਰੱਖ ਦਿੰਦਾ। ਯਾਨੀ ਕਿ ਝੂਠੇ ਸ਼ਿੰਗਾਰ ਵੀ ਨੇ ਨਾ। ਸੱਚਾ ਸ਼ਿੰਗਾਰ, ਸੱਚ ਦਾ ਸ਼ਿੰਗਾਰ, ਗਰੀਬ ਨਵਾਜ ਇੱਥੇ ਦੱਸਦੇ ਆ, ਸੱਤ ਸ਼ਿੰਗਾਰ, ਸੱਚਾ ਸ਼ਿੰਗਾਰ ਕੀਤਾ ਮੈਂ। ਕਿਹੜਾ? ਭਉ ਅੰਜਨ ਪਾਇਆ। ਰੱਬ ਦੇ ਡਰ ਦਾ ਸੁਰਮਾ ਪਾਇਆ ਅੱਖਾਂ ਵਿੱਚ। ਆਹਾ, ਅੱਖਾਂ ਵਿੱਚ ਮੇਰੇ ਮਾਲਕ ਦਾ ਜਿਹੜਾ ਡਰ ਹੈ ਨਾ, ਉਹ ਸੁਰਮਾ ਪਾਇਆ। ਪੈਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੋ। ਪੈਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸਿੰਗਾਰੋ। ਪੈਕੀਆਂ ਦੇ ਸਲਾਈਆਂ ਨੈਣੇ, ਭਾਵ ਕਾ ਕਰ ਸਿੰਗਾਰੋ। ਪੈਕੀਆਂ ਦੇ ਸਲਾਈਆਂ ਨੈਣੇ, ਭਾਵ ਕਾ ਕਰ ਸਿੰਗਾਰੋ। ਰੱਬ ਦੇ ਡਰ ਦੀਆਂ ਸਲਾਈਆਂ ਪਾਈਆਂ ਅੱਖਾਂ ਵਿੱਚ, ਸੁਰਮਾ ਪਾਇਆ। ਦਇਆਨੰਦ ਸੁਆਮੀ ਪਾਤਸ਼ਾਹ ਕਹਿ ਰਹੇ ਨੇ, ਹੇ ਵਾਹਿਗੁਰੂ, ਆਪ ਜੀ ਦੇ ਭੈ ਦਾ ਜਿਹੜਾ ਸੁਰਮਾ ਹੈ, ਅੰਜਨ, ਉਹ ਮੈਂ ਆਪਣੇ ਨੇਤਰਾਂ ਵਿੱਚ ਪਾਇਆ ਹੈ। ਅੰਮ੍ਰਿਤ ਨਾਮ ਤੁਮ ਬੋਲ ਮੁਖ ਖਾਇਆ। ਵਾਹਿਗੁਰੂ ਦਾ ਅੰਮ੍ਰਿਤ ਨਾਮ, ਇਹ ਤੰਬੋਲਾ, ਇਹ ਤੰਬੋਲ ਪਾਇਆ ਮੈਂ ਆਪਣੇ ਮੂੰਹ 'ਚ, ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ, ਜਿਹਦੇ ਨਾਲ ਮੁਖ ਲਾਲ ਸੁਰਖ ਹੋ ਜਾਂਦਾ।
ਨਾਮ ਦਾ ਤੋਲਾ ਇਹ ਮੈਂ ਆਪਣੇ ਮੁਖ ਵਿੱਚ ਪਾਇਆ ਹੈ। ਕੰਗਨ ਬਸਤਰ ਗਹਿਣੇ ਬਨੇ ਸੁਹਾਵੇ। ਕਹਿੰਦੇ ਸੋਹਣੇ ਕੰਗਣ ਸ਼ਰਧਾ ਦੇ, ਪਰਮੇਸ਼ਰ ਦੇ ਪ੍ਰੇਮ ਦੇ ਬਸਤਰ ਤੇ ਨਿਰੰਕਾਰ ਵਾਹਿਗੁਰੂ ਦੇ ਸ਼ੁਭ ਗੁਣਾਂ ਦੇ ਜਿਹੜੇ ਗਹਿਣੇ ਨੇ ਉਹ ਮੈਂ ਸਰੀਰ ਤੇ ਧਾਰਨ ਕੀਤੇ ਨੇ। ਹੁਣ ਉਹ ਸੁਹਾਵਣੇ ਹੋ ਗਏ ਨੇ। ਇਹ ਵਸਤੂਆਂ ਇਕੱਤਰ ਕੀਤੀਆਂ ਘਰ ਵਿੱਚ ਮੈਂ। ਹਾਂਜੀ। ਧਨ ਸਭ ਸੁਖ ਪਾਵੈ ਜਾਂ ਫਿਰ ਘਰ ਆਵੈ। ਹੁਣ ਇਹ ਸਾਰੀਆਂ ਚੀਜ਼ਾਂ ਤਾਂ ਸੁਖਦਾਈ ਨੇ ਜਿਹੜੀਆਂ ਉੱਪਰ ਕੀਤੀਆਂ ਨੇ, ਸ਼ਿੰਗਾਰ ਬਣਾਇਆ। ਜੇ ਹੁਣ ਉਹ ਫਿਰ ਘਰ ਵਿੱਚ ਆਵੇ ਤੇ ਜੇ ਉਹ ਨਾ ਆਵੇ ਤੇ ਫਿਰ ਇਹ ਸਾਰੀਆਂ ਚੀਜ਼ਾਂ ਕਿਸੇ ਕੰਮ ਦੀਆਂ ਨੇ, ਨਿਸ਼ਫਲ ਨੇ। ਸ਼ਿੰਗਾਰ ਤਾਂ ਹੀ ਸਫਲ ਹੈ ਨਾ ਜੇ ਫਿਰ ਵੇਖੇ, ਜੇ ਫਿਰ ਘਰ ਆਵੇ। ਤੇ ਜੇ ਫਿਰ ਘਰ ਆਵੇ ਹੀ ਨਾ ਤੇ ਫਿਰ ਇਹ ਸ਼ਿੰਗਾਰ ਕਿਸ ਕੰਮ ਦਾ। ਇਸ ਕਰਕੇ ਕਹਿੰਦੇ ਧਨ ਸਭ ਸੁਖ ਪਾਵੈ। ਧਨ ਨਾਮ ਇਸਤਰੀ ਦਾ ਹੈ। ਉਹ ਜੀਵ ਰੂਪੀ ਇਸਤਰੀ ਫਿਰ ਸਾਰੇ ਸੁੱਖ ਪਾਉਂਦੀ ਹੈ। ਕੌਣ ਭਲਾ? ਜਾਂ ਫਿਰ ਘਰ ਆਵੈ, ਜਿਸ ਦਾ ਰੱਬ, ਜਿਸ ਦਾ ਪਤੀ ਉਹਦੇ ਘਰ ਆ ਜਾਵੇ। ਜਿਸ ਦਾ ਪਤੀ ਉਹਦੇ ਘਰ ਆ ਜਾਵੇ ਉਹ ਇਸਤਰੀ ਸੁਖ ਬਾਣਦੀ ਹੈ, ਸੁਖੀ ਹੋ ਜਾਂਦੀ ਹੈ। ਹਾਂਜੀ। ਗੁਣ ਕਾਮਣ ਕਰ ਕੰਤਰੀ ਜਾਇਆ। ਕਹਿੰਦੇ ਟੂਣਾ ਕੀਤਾ ਕਾਮਣਾ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਣੇ ਉਸ ਪਤੀ ਪਰਮੇਸ਼ਰ ਦੇ ਉੱਤੇ ਟੂਣਾ ਕੀਤਾ। ਕਿਹੜਾ? ਗੁਣਾਂ ਦਾ। ਗੁਣਾਂ ਦਾ ਟੂਣਾ ਕਰਕੇ ਆਪਣੇ ਉਸ ਪਤੀ ਨੂੰ ਪ੍ਰਸੰਨ ਕੀਤਾ। ਆ ਜਿਹੜੇ ਗੁਰਮੁਖ ਵਾਹਿਗੁਰੂ ਵਾਹਿਗੁਰੂ ਕਰ ਰਹੇ, ਥੋੜਾ ਜਿਹਾ ਗੁਪਤ ਕਰ ਲੋ ਭਾਈ, ਜਾਂ ਸਪੀਕਰ ਦੇ ਦਿੰਦੇ ਆ, ਤੁਸੀਂ ਕਰੀ ਜੋ, ਅਸੀਂ ਚੁੱਪ ਕਰ ਜਾਂਦੇ ਆ। ਗੁਣ ਕਾਮਣ, ਗੁਣਾਂ ਦੀ ਜਿਹੜੀ ਇਹ ਟੂਣਾ ਕਹਿੰਦੇ ਕਰ ਲਈਏ। ਇਹਦੇ ਨਾਲ ਉਹ ਕੰਤ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜਿਹੜਾ ਉਹ ਰੀਝ ਪੈਂਦਾ, ਪ੍ਰਸੰਨ ਹੋ ਜਾਂਦਾ ਹੈ। ਵਸ ਕਰ ਲੀਨਾ ਗੁਰ ਭਰਮ ਚੁਕਾਇਆ। ਵਸ ਕਰ ਲੀਨਾ ਕਹਿੰਦੇ ਫਿਰ ਉਹਨਾਂ ਨੇ ਆਪਣੇ ਸਾਹਿਬ ਨੂੰ ਆਪਣੇ ਵਸ ਕਰ ਲਿਆ। ਕਰਾਇਆ ਕਿਹਨੇ? ਗੁਰੂ ਨੇ। ਗੁਰੂ ਨੇ ਸਾਡੇ ਤੇ ਤਰਸ ਕਰਕੇ ਸਾਡਾ ਉਹ ਵਾਹਿਗੁਰੂ ਪਰਮੇਸ਼ਰ ਸਾਡੇ ਵਸ ਕਰਾ ਦਿੱਤਾ। ਕਿਵੇਂ ਵਸ ਕਰਾਇਆ? ਜਦੋਂ ਗੁਰੂ ਨੇ ਸਾਡੇ ਚੋਂ ਭਰਮ ਚੁਕਾ ਦਿੱਤਾ। ਗੁਰ ਭਰਮ ਚੁਕਾਇਆ। ਗੁਰੂ ਨੇ ਸਾਡੇ ਹਿਰਦੇ ਚੋਂ ਭਰਮ ਚੁਕਾ ਦਿੱਤਾ, ਦੂਰ ਕਰ ਦਿੱਤਾ। ਸਭ ਤੇ ਉੱਚਾ ਮੰਦਰ ਮੇਰਾ। ਕਹਿੰਦੇ ਹੁਣ ਮੇਰਾ ਮੰਦਰ ਸਭ ਤੋਂ ਉੱਚਾ ਹੋ ਗਿਆ। ਮੰਦਰ ਉੱਚਾ ਹੋਣ ਤੋਂ ਭਾਵ ਵੀ ਦੁਨੀਆ ਦੀਆਂ ਜਿੰਨੀਆਂ ਵਾਸ਼ਨਾਵਾਂ ਸਨ, ਮੈਂ ਉਹਨਾਂ ਵਾਸ਼ਨਾਵਾਂ ਤੋਂ ਉੱਪਰ ਉੱਠ ਗਿਆ। ਉੱਚਾ ਮੰਦਰ। ਕਈ ਮਹਾਂਪੁਰਸ਼ਾਂ ਨੇ ਨਿਸ਼ਚਾ ਵੀ ਅਰਥ ਕੀਤਾ ਕਿ ਹੁਣ ਮੇਰਾ ਨਿਸ਼ਚਾ ਜੋ ਸਭ ਤੋਂ ਉੱਚਾ ਹੋ ਗਿਆ, ਇਹ ਮੇਰਾ ਉੱਚਾ ਮੰਦਰ ਹੈ। ਹਾਂਜੀ। ਸਭ ਕਾਮਣ ਤਿਆਗੇ ਪ੍ਰਿਉ ਪ੍ਰੀਤਮ ਮੇਰਾ। ਮੇਰੇ ਪਿਆਰੇ ਪ੍ਰੀਤਮ ਨੇ ਸਾਰੀਆਂ ਕਾਮਨਾ ਨੂੰ ਛੱਡ ਕੇ ਨਾ, ਜਿਹੜੀਆਂ ਅਗਿਆਤ ਕਾਮਨਾ ਸੀ ਉਹਨਾਂ ਨੂੰ ਛੱਡ ਕੇ ਮੈਨੂੰ ਆਪਣੇ ਗਲ ਨਾਲ ਲਾ ਲਿਆ, ਮੈਨੂੰ ਆਪਣੇ ਕੰਠ ਨਾਲ ਲਾ ਲਿਆ, ਸਭ ਨੂੰ ਛੱਡ ਕੇ। ਅਗਿਆਤ ਕਾਮਨਾ ਇੱਥੇ ਅਰਥ ਕੀਤਾ ਮੈਂ। ਅਗਿਆਤ ਕਾਮਨਾ ਜਿਹੜੀਆਂ ਅਗਿਆਨ ਦੇ ਵਿੱਚ ਕਾਮਨਾ ਸਨ, ਉਹਨਾਂ ਸਾਰੀਆਂ ਨੂੰ ਛੱਡ ਕੇ ਮੇਰੇ ਮਾਲਕ ਨੇ ਮੈਨੂੰ ਆਪਣੀ ਗੱਲ ਵਕੜੀ ਚ ਲੈ ਲਿਆ। ਹਾਂਜੀ। ਪ੍ਰਗਟਿਆ ਸੂਰ ਜੋਤ ਉਜਿਆਰਾ। ਹੁਣ ਸੂਰਜ ਚੜ ਗਿਆ ਅੰਦਰ, ਸੂਰਜ ਦਾ ਪ੍ਰਕਾਸ਼ ਹੋ ਗਿਆ। ਹੁਣ ਏਦਾਂ ਜਾਪਿਆ ਵੀ ਇਹ ਸੂਰਜ ਵਿੱਚ ਵੀ ਰੋਸ਼ਨੀ ਉਸ ਪ੍ਰਮਾਤਮਾ ਦੀ ਹੈ। ਇਹ ਪਰਤੇ ਪ੍ਰਕਾਸ਼ ਹੈ, ਆਪਣਾ ਪ੍ਰਕਾਸ਼ ਨਹੀਂ ਇਹਦੇ ਚ। ਨਾਮ ਜਪਤ ਕੋਟ ਸੂਰ ਉਜਾਰਾ। ਨਾਮ ਜਪ ਕੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਗਿਆ ਅੰਦਰ।
ਇਦਾਂ ਜਾਪਿਆ ਵੀ ਹੁਣ ਇਸ ਸੂਰਜ ਵਿੱਚ ਵੀ ਉਸ ਪ੍ਰਮਾਤਮਾ ਦੀ ਜੋਤ ਦਾ ਉਜਿਆਰਾ ਚਾਨਣਾ ਹੈ, ਇਹਦਾ ਆਪਣਾ ਪ੍ਰਕਾਸ਼ ਨਹੀਂ। ਹਾਂਜੀ, ਸੇਜ ਵਿਛਾਏ ਸਰਦ ਅਪਾਰਾ। ਕਹਿੰਦੇ ਮੈਂ ਹੁਣ ਸੇਜ ਵਿਛਾਈ, ਘਰ ਬਣ ਗਿਆ, ਸ਼ਿੰਗਾਰ ਵੀ ਕਰ ਲਿਆ, ਕਿਉਂਕਿ ਇੱਥੇ ਪੂਰਾ ਸੁਹਾਗਣ ਦਾ ਰੂਪ ਵਰਣਨ ਹੋ ਰਿਹਾ ਹੈ। ਘਰ ਬਣ ਗਿਆ, ਦਾਸੀਆਂ ਦਾਸ ਹਾਜ਼ਰ ਹੋ ਗਏ, ਸ਼ਿੰਗਾਰ ਵੀ ਕਰ ਲਿਆ, ਹੁਣ ਸੇਜਾ ਆਈ ਹੈ। ਸੇਜ ਕਿਹੜੀ ਹੈ? ਸ਼ਰਧਾ ਦੀ। ਸੇਜ ਵਿਛਾਈ ਯਾਨੀ ਕਿ ਐਨ ਸ਼ੁੱਧ ਪੁਣਾ, ਸਫਾਈ ਕੀਤੀ ਅੰਦਰੋਂ ਪੂਰੇ, ਜਿੰਨੇ ਮਾੜੇ ਵਿਕਾਰ ਸਨ ਸਾਰੇ ਕੱਢ ਸੁੱਟੇ ਬਾਹਰ। ਸੋਹਣੀ ਸੇਜ ਵਿਛਾਈ ਉਸ ਅਪਾਰ ਪ੍ਰਭੂ ਪਰਮੇਸ਼ਰ ਦੀ ਸ਼ਰਧਾ ਦੀ। ਨਾਵ ਰੰਗ ਲਾਲ ਸੇਜ ਰਾਵਣ ਆਇਆ। ਉਹ ਨਵਿਆਂ ਰੰਗਾਂ ਵਾਲਾ ਲਾਲ ਮੇਰਾ ਮਾਲਕ, ਹੁਣ ਉਸ ਸੇਜਾ ਦੇ ਉੱਤੇ ਮੈਨੂੰ ਰਾਵਣ ਆਇਆ, ਮੈਨੂੰ ਭੋਗਣ ਆਇਆ, ਯਾਨੀ ਕਿ ਮੈਨੂੰ ਆਪਣੇ ਚ ਅਭੇਦ ਕਰਨ ਲਈ ਆਇਆ। ਮੇਰਾ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੁਣ ਉਸ ਸੇਜਾ ਦੇ ਉੱਤੇ ਮੈਨੂੰ ਰਾਵਣ ਵਾਸਤੇ, ਮੈਨੂੰ ਆਪਣੇ ਚ ਅਭੇਦ ਕਰਨ ਵਾਸਤੇ ਆਇਆ। ਜਨ ਨਾਨਕ ਪੇਰ ਧਨ ਮਿਲ ਸੁਖ ਪਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਪੇਰ ਧਨ ਮਿਲ ਸੁਖ ਪਾਇਆ। ਕਹਿੰਦੇ ਹੁਣ ਉਹ ਪੇਰ ਇਸ ਧਨ ਜੀਵ ਰੂਪੀ ਇਸਤਰੀ ਨੂੰ ਮਿਲਿਆ ਤੇ ਧਨ ਪਿਰਪਤੀ ਪਰਮਾਤਮਾ ਨੂੰ ਮਿਲੀ, ਤੇ ਮਿਲ ਕੇ ਉਹਨਾਂ ਨੇ ਆਤਮਿਕ ਖੇੜੇ ਦਾ ਸੁੱਖ ਪ੍ਰਾਪਤ ਕੀਤਾ, ਮਿਲਾਪ ਦਾ ਸੁੱਖ। ਜੀਵ ਰੂਪੀ ਇਸਤਰੀ ਨੇ ਉਸ ਪਤੀ ਪਾਰ ਬ੍ਰਹਮ ਪਰਮੇਸ਼ਵਰ ਦੇ ਮਿਲਾਪ ਦਾ ਜੋ ਸੁੱਖ ਹੈ ਉਹ ਪ੍ਰਾਪਤ ਕੀਤਾ। ਸੋਹੇ ਮਹੱਲਾ ਪੰਜਵਾ। ਉਮਕਿਓ ਹਿਓ ਮਿਲਨ ਪ੍ਰਭ ਤਾਏ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ, ਉਮਕਿਓ ਹਿਓ ਮਿਲਨ ਪ੍ਰਭ ਤਾਈ। ਮੇਰੇ ਅੰਦਰ ਉਮਕ ਜਾਗੀ ਹੈ, ਚਾਅ ਜਾਗਿਆ ਹੈ ਕਿ ਮੈਂ ਆਪਣੇ ਉਸ ਪ੍ਰਭੂ ਨੂੰ ਜਾ ਕੇ ਮਿਲਾਂ। ਉਮਕਿਓ ਹਿਓ, ਉਮਕਿਆ ਹਿਰਦਾ, ਉਮਾ ਆਇਆ ਕਿ ਮੈਂ ਆਪਣੇ ਪ੍ਰਭੂ ਨੂੰ ਮਿਲਾਂ, ਆਪਣੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰਾਂ। ਹਾਂਜੀ, ਖੋਜਤ ਚਰਿਓ ਦੇਖੋ ਪ੍ਰ ਜਾਏ। ਮੈਂ ਖੋਜਣ ਚੜਿਆ, ਚੱਲਿਆ ਯਾਨੀ ਚੜਿਆ ਕਿ ਮੈਂ ਜਾ ਕੇ ਆਪਣੇ ਪਿਆਰੇ ਰੱਬ ਨੂੰ ਵੇਖਾਂ। ਦੇਖੋ ਪ੍ਰ ਜਾਈ, ਮੈਂ ਆਪਣੇ ਪਿਆਰੇ ਸਾਹਿਬ ਨੂੰ ਜਾ ਕੇ ਵੇਖਾਂ। ਸੁਨਤ ਸਦੇਸਰੋ ਪ੍ਰਗ੍ਰਹ ਸੇਜ ਬਿਛਾਏ। ਸੁਨਤ ਸੰਦੇਸਰੋ ਪ੍ਰਿਆ, ਮੈਂ ਆਪਣੇ ਪਿਆਰੇ ਦਾ ਸੁਨੇਹਾ ਸੁਣਿਆ, ਆਪਣੇ ਪਿਆਰੇ ਪਤੀ ਪਰਮੇਸ਼ਵਰ ਦਾ ਸੁਨੇਹਾ ਸੁਣਿਆ, ਤੇ ਸੁਣ ਕੇ ਫਿਰ ਮੈਂ ਗ੍ਰਹਿ ਸੇਜ ਵਿਛਾਈ। ਜਦੋਂ ਮੈਨੂੰ ਸੁਨੇਹਾ ਮਿਲਿਆ ਵੀ ਉਹਨੇ ਆਉਣਾ, ਤੇ ਮੈਂ ਆਪਣੇ ਅੰਤःਕਰਣ ਦੇ ਵਿੱਚ ਉੱਪਰ ਜਿਹੜੀ ਸੇਜਾ ਦੱਸ ਆਏ ਨੇ ਪਹਿਲੇ ਸ਼ਬਦ ਵਿੱਚ, ਕਹਿੰਦੇ ਉਹ ਸੇਜ ਫਿਰ ਮੈਂ ਅੰਦਰ ਵਿਛਾਈ, ਵਿਛਾ ਕੇ ਉਡੀਕ ਕਰਨ ਲੱਗਾ ਵੀ ਆਵੇਗਾ। ਨਹੀਂ ਆਇਆ, ਉਡੀਕਦਿਆਂ ਦਿਨ ਬੀਤ ਗਿਆ, ਰਹਿਣ ਬੀਤ ਗਈ, ਨਹੀਂ ਆਇਆ। ਅਗਲੇ ਦਿਨ ਫਿਰ ਉੱਠਿਆ ਤੇ ਵੇਖਿਆ ਸੇਜ ਵਿੱਚ ਕਮੀ ਹੈ, ਸੇਜਾ ਸਹੀ ਨਹੀਂ ਵਿਛੀ ਹੋਈ, ਕੋਈ ਕਮੀ ਰਹਿ ਗਈ ਹੈ। ਦੁਬਾਰਾ ਫਿਰ ਝਾੜ ਫੂਕ ਕੀਤੀ, ਬਾਰੀ ਫੇਰੀ, ਸਫਾਈ ਕੀਤੀ, ਮੁੜ ਫਿਰ ਮਖਮਲੀ ਵਿਛਾਉਣਾ ਵਿਛਾਇਆ, ਸੋਹਣਾ ਉਪਾਧਾਨ ਰੱਖਿਆ, ਸੇਜਾ ਬੰਦ ਲਾਇਆ। ਸ਼ੁਭ ਗੁਣਾਂ ਦੇ ਜਿਹੜੇ ਵੀ ਪਾਵੇ ਸਨ, ਸ਼ਰਧਾ ਰੂਪੀ ਤਲਾਈ ਵਿਛਾ ਕੇ ਸੇਜ ਮੁੜ ਕੇ ਫਿਰ ਤਿਆਰ ਕੀਤੀ। ਕਹਿੰਦੇ ਸੁਣ ਕੇ ਆਪਣੇ ਪਿਆਰੇ ਦਾ ਸੁਨੇਹਾ ਵੀ ਉਹਨੇ ਆਉਣਾ, ਫਿਰ ਬਿਸਤਰਾ ਵਿਛਾਇਆ, ਸੇਜ ਵਿਛਾਈ ਵੀ ਉਹਨੇ ਆ ਕੇ ਬਿਰਾਜਣਾ ਕਿੱਥੇ ਹੈ। ਮਾਈ ਭਾਗ ਭਰੀ ਨੇ ਕਸ਼ਮੀਰ ਵਿੱਚ ਬੈਠਿਆਂ ਆਰਾਧਨਾ ਕੀਤੀ, ਗੁਰੂ ਹਰਗੋਬਿੰਦ ਸਾਹਿਬ ਦੀ ਚੋਲਾ ਬਣਾ ਕੇ ਰੱਖਿਆ, ਤੇ ਫਿਰ ਸੋਚਣ ਲੱਗੀ ਵੀ ਜਦੋਂ ਆਉਣਗੇ ਤੇ ਸਾਹਿਬਾਂ ਨੂੰ ਬਿਠਾਉਣਾ ਕਿੱਥੇ ਹੈ।
ਇੱਕ ਸੋਹਣਾ ਪਲੰਘਾ ਬਣਾਇਆ, ਪਲੰਘਾ ਬਣਾ ਕੇ ਉੱਤੇ ਸੋਹਣਾ ਜਿਹਾ ਵਿਛਾਉਣਾ ਵਿਛਾ ਕੇ ਉੱਤੇ ਸੋਹਣਾ ਚੰਦੋਆ ਤਾਣ ਕੇ ਤੇ ਰੱਖ ਦਿੱਤਾ ਵੀ ਜਦੋਂ ਆਉਣਗੇ ਇਹਦੇ ਤੇ ਬੈਠਣਗੇ। ਦਿਨ ਬੀਤੇ ਤੇ ਵੇਖਿਆ ਹਲੇ ਆਏ ਨਹੀਂ। ਉਸੇ ਪਲੰਘੇ ਕੋਲ ਬੈਠ ਕੇ ਆਰਾਧਨਾ ਕਰਨੀ ਸ਼ੁਰੂ ਕਰ ਦਿੱਤੀ ਵੀ ਮੇਰੇ ਵਾਸਤੇ ਤਾਂ ਆਏ ਹੀ ਬੈਠੇ ਨੇ, ਆਉਣਗੇ ਇਸੇ ਪਲੰਘੇ ਤੇ ਬਿਠਾਵਾਂਗੀ। ਪਰ ਜਦੋਂ ਤੱਕ ਨਹੀਂ ਆਏ, ਇਹ ਥਾਂ ਤਾਂ ਉਹਨਾਂ ਦੀ ਹੈ ਨਾ, ਮੈਂ ਤਾਂ ਹੁਣ ਇਹੀ ਨਿਰਧਾਰਤ ਕਰ ਲਿਆ ਵੀ ਉਹਨਾਂ ਦੀ ਜਗ੍ਹਾ ਇੱਥੇ ਆ ਕੇ ਉਹਨਾਂ ਨੇ ਬੈਠਣਾ ਹੈ। ਉੱਥੇ ਹੀ ਆਰਾਧਨਾ ਕਰਨੀ ਸ਼ੁਰੂ ਕੀਤੀ। ਅਖੀਰ 6ਵੇਂ ਪਾਤਸ਼ਾਹ ਆ ਪਹੁੰਚੇ ਤੇ ਉਸੇ ਥਾਂ ਤੇ ਉਸੇ ਪਲੰਘੇ ਤੇ ਆਣ ਕੇ ਬੈਠ ਕੇ ਮਾਈ ਨੂੰ ਦਰਸ਼ਨ ਦਿੱਤੇ। ਸਾਹਿਬਾਂ ਦੇ ਦੀਦਾਰ ਕਰਕੇ, ਦਰਸ਼ਨ ਪਰਸ ਕੇ ਮਨ ਗਦਗਦ ਹੋ ਗਿਆ। ਮਾਈ ਭਾਗ ਭਰੀ, ਵਾਕਈ ਭਾਗਾਂ ਭਰੀ ਹੋ ਗਈ। ਫਿਰ ਸੋਚਦੀ ਹੈ ਵੀ ਇਹਨਾਂ ਨੇ ਤਾਂ ਬਾਦਸ਼ਾਹੀ ਪੋਸ਼ਾਕ ਪਾਈ, ਮੈਂ ਸੂਤਰ ਦਾ ਚੋਲਾ ਬਣਾਈ ਫਿਰਦੀ ਆ ਗਰੀਬਣੀ, ਉਹ ਕਿੱਥੇ ਪਾਉਣਗੇ? ਲੁਕੋ ਲਿਆ। ਤੇ ਪਾਤਸ਼ਾਹ ਆਪ ਮੰਗ ਕੇ ਕਹਿੰਦੇ ਆ, ਮਾਈ ਸਾਡਾ ਚੋਲਾ ਕਿੱਥੇ ਆ ਜਿਹੜਾ ਤੈਂ ਬਣਾ ਕੇ ਰੱਖਿਆ, ਲਿਆ ਪਾਈਏ। ਰੇਸ਼ਮ ਦੇ ਧਾਗੇ ਦਾ ਬਣਿਆ ਚੋਲਾ ਸਾਹਿਬ ਨੇ ਪਾਇਆ ਹੋਇਆ, ਉਹਦੇ ਉੱਤੇ ਮਾਈ ਦੇ ਸੂਤਰ ਦੇ ਧਾਗੇ ਦਾ ਕੱਤਿਆ ਚੋਲਾ ਪਾ ਕੇ ਉਹਨੂੰ ਕੱਜ ਲਿਆ। ਔਰ ਇੰਨਾ ਤਰਸ ਕੀਤਾ ਉਸ ਮਾਈ ਤੇ ਕਿ ਆਪ ਆਪਣੇ ਹੱਥੀਂ ਗੁਰਦੇਵ ਨੇ ਮਾਈ ਭਾਗ ਭਰੀ ਨੂੰ ਦਰਸ਼ਨ ਦੇ ਕੇ ਉਹਦਾ ਸੰਸਕਾਰ ਕੀਤਾ। ਉਹਨੇ ਅੰਤਮ ਸਮਾਂ ਗੁਰੂ ਚਰਨਾਂ 'ਚ ਬਤੀਤ ਕੀਤਾ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਇੱਥੇ ਕਹਿੰਦੇ ਆ, ਮੈਂ ਆਪਣੇ ਪਿਆਰੇ ਦਾ ਸੁਨੇਹਾ ਸੁਣ ਕੇ, ਸੁਨਤ ਸੰਦੇਸਰੋ ਪ੍ਰਿਆ, ਪਿਆਰੇ ਦਾ ਸੁਨੇਹਾ ਸੁਣ ਕੇ ਗ੍ਰਹਿ ਸੇਜ ਵਿਛਾਈ, ਮੈਂ ਆਪਣੇ ਘਰ 'ਚ ਸੇਜ ਵਿਛਾਈ। ਭ੍ਰਮ ਆਇਓ ਤੋ ਨਦਰ ਨ ਪਾਏ, ਮੈਂ ਭ੍ਰਮ ਕੇ ਆ ਗਈ ਸਰਬ ਥਾਵਾਂ ਤੇ, ਮੈਨੂੰ ਨਜ਼ਰ ਨਹੀਂ ਆਇਆ। ਹਾਂਜੀ, ਕੇਨ ਬਿਦ ਹੀਰੋ ਧੀਰੈ ਨ ਮਾਨੋ, ਮੇਰੇ ਨਿਮਾਣੇ ਹਿਰਦੇ ਨੂੰ ਕਿਵੇਂ ਧੀਰਜ ਮਿਲੇ ਜੇ ਨਹੀਂ ਦਿਸਿਆ? ਭ੍ਰਮ ਕੇ ਆਈ ਹਾਂ, ਨਹੀਂ ਦਿਸਿਆ, ਤੇ ਹੁਣ ਮੇਰੇ ਨਿਮਾਣੇ ਹਿਰਦੇ ਨੂੰ ਕਿਵੇਂ ਧੀਰਜ ਪ੍ਰਾਪਤ ਹੋਵੇ? ਏਲ ਸਾਜਨ ਹਉ ਤੁਝ ਕੁਰਬਾਨੋ, ਏ ਮੇਰੇ ਸੱਜਣ ਜੀ ਮਿਲੋ। ਤੁਸੀਂ ਹੁਣ ਬੇਨਤੀਆਂ ਹੀ ਕਰਦੇ ਆ, ਮਿਲੋ ਮਹਾਰਾਜ, ਸੱਜਣ ਜੀ ਮਿਲੋ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦੀ ਹਾਂ। ਮਿਲ ਸਾਜਨ ਹਉ ਤੁਝ ਕੁਰਬਾਨੋ, ਏ ਸੱਜਣ ਜੀ ਮੈਨੂੰ ਮਿਲੋ, ਮੈਂ ਤੁਹਾਡੇ ਤੋਂ ਕੁਰਬਾਨ ਹਾਂ। ਆਓ ਏਕਾ ਸੇਜ ਵਿਛੇ ਧਨ ਕੰਤਾ, ਕਹਿੰਦੇ ਇੱਕੋ ਸੇਜ ਵਿਛੀ ਹੋਈ ਹੈ ਜਿਹਦੇ ਤੇ ਜੀਵ ਰੂਪੀ ਇਸਤਰੀ ਵੀ ਹੈ ਤੇ ਪਤੀ ਪਰਮਾਤਮਾ ਵੀ ਹੈ। ਇੱਕੋ ਸੇਜ ਹੈ ਅੰਤःਕਰਣ ਦੀ, ਜਿਹਦੇ ਤੇ ਪਤੀ ਪਰਮਾਤਮਾ ਵੀ ਪਿਆ ਹੋਇਆ ਔਰ ਜੀਵ ਰੂਪੀ ਇਸਤਰੀ ਵੀ ਉਸੇ ਸੇਜ ਤੇ ਹੈ। ਧਨ ਸੂਤੇ ਪਿਰ ਸਦ ਜਗੰਤਾ, ਇੱਕ ਸੇਜ ਦੇ ਹੋਣ ਤੇ ਬਾਵਜੂਦ ਵੀ ਫਿਰ ਇਹਨੂੰ ਪਤੀ ਦਿਸਦਾ ਕਿਉਂ ਨਹੀਂ ਪਿਆ? ਪਾਤਸ਼ਾਹ ਕਹਿੰਦੇ ਤਾਂ ਨਹੀਂ ਪਿਆ ਦਿਸਦਾ ਕਿਉਂਕਿ ਪਤੀ ਜਾਗ ਰਿਹਾ ਹੈ, ਇਹ ਸੁੱਤੀ ਪਈ ਹੈ, ਇਹ ਕੋਲ ਘੂਕ ਸੁੱਤੀ ਪਈ ਹੈ, ਤਾਂ ਨਹੀਂ ਪਿਆ ਦਿਸਦਾ। ਪੀਓ ਮਦਰੋ ਧਨ ਮਤਵੰਤਾ, ਕਹਿੰਦੇ ਕੱਲੀ ਸੁੱਤੀ ਹੁੰਦੀ ਤੇ ਸ਼ਾਇਦ ਕਿਤੇ ਉੱਠਦੀ, ਮਾੜੀ ਮੋਟੀ ਅੱਖ ਖੁੱਲ ਜਾਂਦੀ, ਇਹ ਤਾਂ ਸ਼ਰਾਬ ਪੀ ਕੇ ਸੁੱਤੀ ਪਈ ਹੈ। ਹੰਕਾਰ ਦੀ ਸ਼ਰਾਬ, ਹੈਂਕੜ ਦੀ ਸ਼ਰਾਬ, ਗਰਭ ਦੀ ਸ਼ਰਾਬ, ਉਹ ਪੀ ਕੇ ਧਨ ਮਤਵਾਲੀ ਹੋ ਕੇ ਪਈ ਹੋਈ ਹੈ। ਕਹਿੰਦੇ ਮਹਾਰਾਜ ਕੋਈ ਹੱਲ ਹੋਵੇਗਾ ਹੁਣ ਉਹਦੇ ਉੱਠਣ ਦਾ? ਕੋਈ ਹੱਲ ਹੈ ਕਿ ਉੱਠ ਪਏ ਤੇ ਵੇਖ ਲੈ ਪਤੀ ਨੂੰ? ਹਾਂਜੀ, ਧਨ ਜਾਗੈ ਜੇ ਪਿਰ ਬੋਲੰਤਾ, ਕਹਿੰਦੇ ਹਾਂ ਹੱਲ ਹੈ, ਜੇ ਪਤੀ ਪ੍ਰਮਾਤਮਾ ਕੋਲੋਂ ਬਾਹ ਫੜ ਕੇ ਉਠਾ ਦੇਵੇ, ਜਾਗ ਸਲੋਨੜੀਏ, ਉੱਠ ਵੇ ਸੋਹਣੇ ਨੇਤਰਾਂ ਵਾਲੀਏ, ਜੀਵ ਰੂਪੀ ਇਸਤਰੀਏ ਜਾਗ। ਤੇ ਕਹਿੰਦੇ ਫਿਰ ਇਹ ਜਾਗ ਪੈਂਦੀ ਹੈ। ਧਨ ਜਾਗੈ ਇਹ ਜੀਵ ਰੂਪੀ ਇਸਤਰੀ ਤਾਂ ਜਾਗਦੀ ਹੈ ਜੇ ਪਿਰ ਬੋਲੰਤਾ, ਜੇ ਪਿਰ ਕੋਲੋਂ ਬੋਲੇ। ਪਿਰ ਕਿਵੇਂ ਬੋਲਦਾ? ਪਿਰ ਬੋਲਦਾ ਗੁਰਬਾਣੀ ਦੇ ਰਾਹੀ। ਇਹ ਗੁਰਬਾਣੀ ਪਿਰ ਦੇ ਬੋਲ ਨੇ, ਇਹ ਪਤੀ ਪ੍ਰਮਾਤਮਾ ਦੇ ਬੋਲ ਨੇ। ਗੁਰ ਮੰਤਰ, ਮੂਲ ਮੰਤਰ, ਇਹ ਪਿਰ ਪ੍ਰਮਾਤਮਾ ਦੇ ਬੋਲ ਨੇ। ਇਹ ਬੋਲ ਜਦੋਂ ਬੋਲੇ ਜਾਣ
ਤਾਂ ਕਹਿੰਦੇ ਫਿਰ ਇਹ ਸੁੱਤੀ ਹੋਈ ਜੀਵ ਰੂਪੀ ਇਸਤਰੀ ਜਾਗਦੀ ਹੈ। ਭਏ ਨਿਰਾਸੇ ਬਹੁਤ ਦਿਨ ਲਾਗੇ। ਕਹਿੰਦੇ ਮੈਂ ਨਿਰਾਸ਼ ਹੋ ਗਈਆਂ, ਬੜੇ ਦਿਨ ਲੱਗ ਗਏ ਨੇ ਰੱਬਾ, ਤੂੰ ਆਇਆ ਨਹੀਂ ਹਾਲੇ, ਮੈਂ ਨਿਰਾਸ਼ ਹੋ ਗਈਆਂ, ਬੜੇ ਦਿਨ ਬੀਤ ਗਏ। ਇਸ ਦਸੰਤਰ ਮੈਂ ਸਗਲੇ ਝਾਗੇ। ਮੈਂ ਸਾਰੇ ਦੇਸ਼ ਦਸ਼ੰਤਰ ਝਾਗ ਕੇ ਵੇਖ ਲਏ ਹਨ। ਨ ਰਹਿਨ ਨਾ ਪਾਵੋ ਬਿਨ ਪੱਗ ਪਾਗੇ। ਵਾਹਿਗੁਰੂ ਜੀ, ਤੁਹਾਡੇ ਚਰਨਾਂ ਦੇ ਰੰਗ ਵਿੱਚ ਰੰਗੇ ਹੋਏ ਬਿਨਾਂ ਮੈਂ ਇੱਕ ਖਿੰਨ ਮਾਤਰ ਨਹੀਂ ਰਹਿ ਸਕਦਾ। ਹੁਣ ਇੱਕ ਖਿੰਨ ਮਾਤਰ ਦਾ ਸਮਾਂ ਵੀ ਮੇਰੇ ਕੋਲੋਂ ਨਹੀਂ ਰਿਹਾ ਜਾਂਦਾ। ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ, ਹੁਣ ਕਦ ਮਿਲਿਆ ਪ੍ਰਿਹ ਤੁਧ ਭਗਵੰਤਾ। ਹਾਂਜੀ, ਹੋਏ ਕਿਰਪਾਲ ਪ੍ਰਭ ਮਿਲ ਹੈ ਸੁਭਾਗੇ। ਏ ਪ੍ਰਭੂ ਜੀ, ਤੁਸੀਂ ਕਿਰਪਾਲ ਹੋਵੋ, ਮੈਂ ਸੁਭਾਗਾ ਹੋ ਜਾਵਾਂ, ਮੈਂ ਭਾਗਾ ਵਾਲਾ ਹੋ ਜਾਵਾਂ, ਤੁਸੀਂ ਮੈਨੂੰ ਕਿਰਪਾਲ ਹੋ ਕੇ ਆ ਮਿਲੋ। ਓ ਕਿਰਪਾਲ ਸਤ ਸੰਗ ਮਿਲਾਇਆ। ਜਦੋਂ ਪ੍ਰਭੂ ਜੀ ਕਿਰਪਾਲ ਹੋਏ, ਉਹਨਾਂ ਨੇ ਸਾਧ ਸੰਗਤ ਨਾਲ ਮਿਲਾ ਦਿੱਤਾ, ਆ ਸੰਗਤ ਦੀਆਂ ਘੜੀਆਂ ਬਖਸ਼ ਦਿੱਤੀਆਂ। ਓਜੇ ਤਪਤ ਘਰ ਹੈ ਪਿਰ ਪਾਇਆ। ਅੰਤःਕਰਨ ਦੀ ਤਪਸ਼ ਬੁਝ ਗਈ, ਆਪਣੇ ਇਸੇ ਸਰੀਰ ਰੂਪੀ ਘਰ ਵਿੱਚ ਹੀ ਉਸ ਪਿਰ ਪ੍ਰਮਾਤਮਾ ਨੂੰ ਪਾ ਲਿਆ। ਸਗਲ ਸ਼ਿੰਗਾਰ ਹੁਣ ਮੁਝ ਹੈ ਸੁਹਾਇਆ। ਹੁਣ ਉੱਤੇ ਜਿਹੜੇ ਸ਼ਿੰਗਾਰ ਦੱਸ ਕੇ ਆਏ ਨੇ, ਕਹਿੰਦੇ ਹੁਣ ਉਹ ਸਾਰੇ ਸ਼ੋਭਨੀਕ ਹੋ ਗਏ ਨੇ, ਉਹ ਸਾਰੇ ਸ਼ਿੰਗਾਰ ਹੁਣ ਮੈਨੂੰ ਸੁਹਾਵਣੇ ਲੱਗਣ ਲੱਗ ਪਏ ਹਨ। ਓ ਨਾਨਕ ਗੁਰ ਭਰਮ ਚੁਕਾਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਮੇਰੇ ਗੁਰੂ ਨੇ ਮੇਰਾ ਭਰਮ ਚੁਕਾ ਦਿੱਤਾ, ਦੂਰ ਕਰ ਦਿੱਤਾ। ਯਹ ਦੇਖਾ ਤਹ ਪਿਰ ਹੈ ਭਾਈ। ਮੈਂ ਜਿੱਥੇ ਵੇਖਦਾ ਹਾਂ ਮੇਰਾ ਪਿਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਮੈਨੂੰ ਉੱਥੇ ਹੀ ਭਾਈ ਨਜ਼ਰ ਆਉਂਦਾ। ਖੋਲਿਓ ਕਪਾਟ ਤਾਂ ਮਨ ਠਹਿਰਾਏ। ਜਦੋਂ ਮੇਰੇ ਕਪਾਟ ਖੋਲ ਦਿੱਤੇ ਮੇਰੇ ਮਾਲਕ ਨੇ, ਤਾਂ ਮੇਰਾ ਇਹ ਮਨ ਠਹਿਰ ਗਿਆ, ਇਕਾਗਰ ਹੋ ਗਿਆ। ਰਹਾਉ ਦੂਜਾ, ਦੂਸਰੇ ਰਹਾਉ ਦੇ ਵਿੱਚ ਮਹਾਰਾਜ ਜੀ ਨੇ ਇਹ ਪਾਵਨ ਅੰਮ੍ਰਿਤ ਬਚਨ ਉਚਾਰੇ ਨੇ, ਕਿਉਂਕਿ ਉੱਤੇ ਕਹਿ ਆਏ ਨੇ ਕਿਨ ਬਿਦ ਹੀਰੋ ਧੀਰੈ ਨਿਮਾਨੋ। ਇੱਥੇ ਕਹਿੰਦੇ ਉਦੋਂ ਟਿਕਦਾ ਜਦੋਂ ਮਨ ਠਹਿਰ ਜਾਏ। ਪਹਿਲੇ ਚ ਸਵਾਲ ਹੈ, ਰਹਾਉ ਚ ਇੱਥੇ ਜਵਾਬ ਹੈ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਤਰਸ ਕਰਨ ਸਾਡਾ ਗਾਵਿਆ ਸੁਣਿਆ ਥਾਏ ਪਵੇ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।